बहुत ही सत्कारयोग गुरु प्यारे गुरु सवारे खालसा जी। आओ सब तो पहला गुरुदेव पातशाह की बख्शिश पावन फतेह बुलंद करिए जी। सत्कार सहित आखना वाहिगुरु जी का खालसा वाहिगुरु जी की फतेह। जिस तरह के पिछले कुछ दिनों तो आप जी के नाल ਬੱਬਰ ਅਕਾਲੀ ਲਹਿਰ ਦੇ ਨਾਲ ਸੰਬੰਧਿਤ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਾਂਝਾ ਕੀਤਾ ਸੀ, ਉਸੇ ਲੜੀ ਦੇ ਵਿੱਚ ਹੀ ਬੱਬਰ ਅਕਾਲੀ ਲਹਿਰ ਦੇ ਜਾਂ ਗਦਰ ਲਹਿਰ ਦੇ ਜਾਂ ਸਰਦਾਰ ਊਧਮ ਸਿੰਘ ਨੇ ਜਿਸ ਤਰ੍ਹਾਂ ਦੇ ਨਾਲ ਜਲਿਆਂਵਾਲੇ ਬਾਗ ਦਾ ਬਦਲਾ ਲਿਆ, ਇਹ ਸਾਰੇ ਜਿਹੜੇ ਘਟਨਾਕ੍ਰਮ ਸੀ ਇਹਨਾਂ ਦੇ ਆਪਸ ਦੇ ਵਿੱਚ ਕੀ ਸੰਬੰਧ ਸੀ, ਉਹ ਪਿਛਲੇ ਕੁਝ ਵਿਖਿਆਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਸੀ। ਜਦੋਂ ਅਸੀਂ ਉਸੇ ਪ੍ਰਕਰਨ ਦੇ ਵਿੱਚ ਧੰਨਾ ਸਿੰਘ ਬੱਬਰ ਦੀ ਸ਼ਹਾਦਤ ਦੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਉਸ ਵੇਲੇ ਇੱਕ ਆਤਮਘਾਤੀ ਬੰਬ ਬਣ ਕੇ ਜਿੱਥੇ ਮਿਸਟਰ ਹਾਰਟਨ ਜਾਂ ਜੈਨਕਿੰਸਨ ਨੂੰ ਸੋਧਿਆ, ਉੱਥੇ ਨਾਲ ਹੀ ਕਈ ਬ੍ਰਿਟਿਸ਼ ਹਕੂਮਤ ਦੇ ਜਿਹੜੇ ਸਿਪਾਹੀ ਸੀ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਸੀ, ਉਹਨਾਂ ਨੂੰ ਪਾਰ ਬੁਲਾ ਦਿੱਤਾ। ਹੁਣ ਜਦੋਂ ਅਸੀਂ ਇਸ ਆਤਮਘਾਤ ਦੀ ਗੱਲ ਕਰਦੇ ਹਾਂ, ਖੁਦਕੁਸ਼ੀ ਦੀ ਗੱਲ ਕਰਦੇ ਹਾਂ, ਤਾਂ ਅਕਸਰ ਕਈ ਵਾਰੀ ਇੰਝ ਹੁੰਦਾ ਹੈ ਕਿ ਇਸ ਦਾ ਜਿਹੜਾ ਵਿਆਖਿਆ ਹੈ ਜਾਂ ਇਹਦੀ ਜਿਹੜੀ ਪਰਿਭਾਸ਼ਾ ਹੈ ਉਸ ਨੂੰ ਅਸੀਂ ਬਹੁਤ ਸਾਰੇ ਕਹਿ ਸਕਦੇ ਹੋ ਕਿ ਬਹੁਦਿਸ਼ਾਵੀ ਚਿੰਤਨ ਦੇ ਰੂਪ ਦੇ ਵਿੱਚ ਇਸ ਦਾ ਜਿਹੜਾ ਹੈ ਉਹ ਅਸੀਂ ਵਿਖਿਆਨ ਕਰਦੇ ਹਾਂ, ਜਾਂ ਇਸ ਦਾ ਜਿਹੜਾ ਐਨਾਲਿਸਿਸ ਹੈ, ਜਿਹੜਾ ਅਧਿਐਨ ਹੈ, ਉਹ ਬਹੁਦਿਸ਼ਾਵੀ ਚਿੰਤਨ ਦੇ ਰੂਪ ਦੇ ਵਿੱਚ ਕਰਨਾ ਪੈਂਦਾ ਹੈ। ਹੁਣ ਮਿਸਾਲ ਦੇ ਤੌਰ ਤੇ ਆਤਮਘਾਤੀ ਜਿਹੜਾ ਹੈ, ਕਿਉਂਕਿ ਜਦੋਂ ਅਸੀਂ ਮਨੁੱਖ ਦੀ ਗੱਲ ਕਰਦੇ ਹਾਂ ਤਾਂ ਪਾਵਨ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਮਨੁੱਖਾ ਜੀਵਨ ਇਨਸਾਨ ਨੂੰ ਮਿਲਿਆ ਹੈ, ਇਹ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਕਿ ਬੜੀ ਅਹਿਮੀਅਤ ਹੈ ਇਸ ਦੀ, ਇਸ ਨੂੰ ਇੰਜ ਨਹੀਂ ਗਾਉਣਾ ਚਾਹੀਦਾ। ਉਹਦੀ ਜਿਹੜੀ ਵਿਆਖਿਆ ਹੈ ਉਹ ਉੱਥੋਂ ਤੱਕ ਤਾਂ ਬਹੁਤ ਵਧੀਆ ਹੈ ਕਿ ਮਨੁੱਖ ਦਾ ਜੀਵਨ ਅਣਮੁੱਲਾ ਹੈ ਤੇ ਹੁਣ ਨੰਬਰ ਘੱਟ ਆ ਜਾਣ ਤੇ ਬੰਦਾ ਖੁਦਕੁਸ਼ੀ ਕਰ ਜਾਵੇ, ਆਪਣੀਆਂ ਹੀ ਕਹਿ ਸਕਦੇ ਹੋ ਕੁਝ ਗਲਤੀਆਂ ਦੇ ਕਰਕੇ ਬੰਦਾ ਖੁਦਕੁਸ਼ੀ ਕਰ ਜਾਵੇ, ਜਾਂ ਫਿਰ ਕਿਤੇ ਕਿਸੇ ਫਸਲ ਦਾ ਝਾੜ ਘਟ ਜਾਵੇ, ਸਿਰ ਤੇ ਕਰਜ਼ਾ ਚੜ ਜਾਵੇ, ਤੇ ਬਜਾਏ ਉਸ ਮੁਸ਼ਕਲ ਦਾ ਜਿਹੜਾ ਮੁਕਾਬਲਾ ਹੈ ਉਹ ਕੀਤਾ ਜਾਵੇ, ਬੰਦਾ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਹੋ ਜਾਵੇ ਕਿ ਉਹ ਖੁਦਕੁਸ਼ੀ ਕਰ ਲਵੇ। ਸੋ ਇਹ ਜਿਹੜਾ ਵਰਤਾਰਾ ਹੈ ਇਸ ਨੂੰ ਤਾਂ ਕਿਸੇ ਵੀ ਧਰਮ ਦੇ ਵਿੱਚ ਕਹਿ ਸਕਦੇ ਹੋ ਕਿ ਮਾਨਤਾ ਨਹੀਂ ਦਿੱਤੀ ਜਾਂਦੀ, ਪਰ ਇੱਕ ਐਸਾ ਵਰਤਾਰਾ ਹੈ ਜਿਸ ਨੂੰ ਅਸੀਂ ਇੱਕ ਅਰਬੀ ਦੇ ਸ਼ਬਦ ਦੇ ਵਿੱਚ ਪਰਿਭਾਸ਼ਿਤ ਕਰਦੇ ਹਾਂ, ਉਹ ਹੈ ਫਿਦਾ ਹੋ ਜਾਣਾ, ਕੁਰਬਾਨ ਹੋ ਜਾਣਾ, ਔਰ ਉਸ ਨੂੰ ਕਿਹਾ ਜਾਂਦਾ ਫਿਦਾਇਨ, ਜਿਹੜਾ ਕੁਰਬਾਨ ਹੋ ਜਾਂਦਾ ਹੈ। ਹੁਣ ਇੱਕ ਆਮ ਆਤਮ ਹੱਤਿਆ ਕਰਨ ਵਾਲੇ ਦੇ ਵਿੱਚ ਤੇ ਉਸ ਦੇ ਵਿੱਚ ਜਿਸ ਦੀ ਆਤਮ ਹੱਤਿਆ ਨੂੰ ਅਸੀਂ ਕੁਰਬਾਨ ਹੋਣ ਦਾ, ਬਲਿਹਾਰ ਜਾਣ ਦਾ ਜਾਂ ਫਿਦਾਇਨ ਦਾ ਨਾਂ ਦਿੰਦੇ ਹਾਂ, ਉਹਦੇ ਵਿੱਚ ਅੰਤਰ ਕੀ ਹੈ? ਦਰਅਸਲ ਮਨੁੱਖਾ ਜੀਵਨ ਅਣਮੁੱਲਾ ਹੈ ਔਰ ਕਿਸੇ ਸਮਾਜਿਕ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਇਸ ਦਾ ਖਾਤਮਾ ਕਰ ਲੈਣਾ ਆਤਮਘਾਤ ਹੈ। ਪਰ ਇਸ ਕਾਦਰ ਦੀ ਬਣਾਈ ਹੋਈ ਸਮੁੱਚੀ ਕੁਦਰਤ ਨੂੰ ਜੇ ਕੋਈ ਵਿਅਕਤੀ ਹਿੰਸਾਤਮਕ ਜਾਂ ਫਿਰ ਗੈਰ ਨੈਤਿਕ ਜਾਂ ਗੈਰ ਮਨੁੱਖੀ ਜਾਂ ਅਣਮਨੁੱਖੀ ਜਾਂ ਫਿਰ ਤਸ਼ੱਦਦ ਭਰੇ ਵਰਤਾਰਿਆਂ ਦੇ ਨਾਲ ਸਾਰੇ ਸਮਾਜ ਲਈ ਤੰਗੀ ਦਾ ਕਾਰਨ ਬਣ ਲਿਆ ਹੈ, ਤੇ ਉਸ ਵਿਅਕਤੀ ਨੂੰ ਖਤਮ ਕਰਨ ਦੇ ਵਾਸਤੇ ਆਪਣਾ ਕੁਰਬਾਨ ਜਿਹੜਾ ਕਰ ਦੇਣਾ ਹੈ, ਆਪਣਾ ਆਪ, ਉਹ ਆਪਣੇ ਆਪ ਦੇ ਵਿੱਚ ਸ਼ਹਾਦਤ ਦਾ ਇੱਕ ਕਹਿ ਸਕਦੇ ਹੋ ਕਿ ਬੜਾ ਉਚੇਰਾ ਸਿਖਰ ਹੈ। ਉਹ ਸ਼ਹਾਦਤ ਦਾ ਇੱਕ ਐਸਾ ਕਹਿ ਸਕਦੇ ਹੋ ਕਿ ਸਿਖਰ ਹੈ ਜਿਸ ਨੂੰ ਪਰਿਭਾਸ਼ਿਤ ਕਰਨ ਦੇ ਵਾਸਤੇ ਸਾਨੂੰ ਇਹ ਫਿਦਾਇਨ ਸ਼ਬਦ ਜਿਹੜਾ ਇਹ ਇਸ ਕਰਕੇ ਵਰਤਣਾ ਪੈਂਦਾ ਹੈ ਕਿ ਇਹਦੇ ਵਿੱਚ ਤੇ ਆਤਮਘਾਤ ਦੇ ਵਿੱਚ ਅੰਤਰ ਹੈ। ਆਤਮਘਾਤ ਮਨੁੱਖ ਸਮਾਜ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਤੰਗ ਆ ਕੇ ਕਰਦਾ ਹੈ, ਪਰ ਜਿਹੜਾ ਫਿਦਾਇਨ ਹੈ, ਜਿਹੜਾ ਆਪਣਾ ਆਪਾ ਕੁਰਬਾਨ ਕਰਨ ਵਾਲਾ ਹੈ, ਉਹ ਸਮਾਜ ਦੀਆਂ ਤੰਗੀਆਂ ਨੂੰ ਹੱਲ ਕਰਨ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ। ਜਿਨ੍ਹਾਂ ਲੋਕਾਂ ਨੇ ਆਤਮਘਾਤੀ ਜਿਹੜੇ ਇਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਨੇ, ਜਾਂ ਜਿਹੜੇ ਮਨੁੱਖ ਆਤਮਘਾਤੀ ਬੰਬ ਬਣਦੇ ਨੇ, ਜਿਨ੍ਹਾਂ ਨੂੰ ਫਿਦਾਇਨ ਵੀ ਕਿਹਾ ਜਾਂਦਾ ਹੈ, ਉਹਨਾਂ ਦੇ ਮਨੋਵਿਗਿਆਨ ਦਾ ਜਿਹੜਾ ਅਧਿਐਨ ਕੀਤਾ ਹੈ, ਕਿਉਂਕਿ ਆ ਜਾ ਕੇ ਇਸ ਦੇ ਉੱਪਰ ਇੱਕ ਬਹੁਤ ਵੱਡਾ ਅਧਿਐਨ ਵੀ ਹੋਇਆ, ਮਨੋਵਿਗਿਆਨਿਕ ਤੌਰ ਦੇ ਉੱਪਰ ਹੋਇਆ, ਉਹਦੇ ਕਾਰਨਾਂ ਦੇ ਬਾਰੇ ਹੋਇਆ, ਮਨੁੱਖ ਕਿਉਂ ਆਪਣਾ ਆਪਾ ਕੁਰਬਾਨ ਕਰਨ ਦੇ ਵਾਸਤੇ ਮਨੁੱਖ ਕਿਉਂ ਤਿਆਰ ਹੋ ਜਾਂਦਾ ਹੈ ਮਾਨਸਿਕ ਤੌਰ ਤੇ, ਇਹਨਾਂ ਸਾਰੇ ਵਰਤਾਰਿਆਂ ਦਾ ਅਧਿਐਨ ਜਿਹੜਾ ਉਹ ਹੋਇਆ।
ਇਹਦੇ ਬਾਰੇ ਦੋ ਲਿਖਾਰੀ ਬੜੇ ਅਹਿਮ ਨੇ। ਜੇਕਰ ਤੁਸੀਂ ਬਿਜਲਈ ਮਾਧਿਅਮਾਂ ਦੇ ਉੱਪਰ ਵੀ ਤੁਸੀਂ ਉਹਨਾਂ ਦੀ ਖੋਜ ਕਰੋਗੇ ਤਾਂ ਤੁਹਾਡੇ ਸਾਹਮਣੇ ਦੋ ਨਾਂ ਜਿਹੜੇ ਉਹ ਆ ਜਾਣਗੇ। ਉਹਨਾਂ ਦੇ ਵਿੱਚੋਂ ਇੱਕ ਤਾਂ ਹੈ ਰੋਬਰਟ ਪੇਪ ਤੇ ਦੂਸਰੀ ਹੈ ਮੀਆ ਬਲੂਮ। ਇਹ ਜਿਹੜੇ ਦੋ ਲਿਖਾਰੀ ਨੇ ਉਹਨਾਂ ਦੇ ਵਿੱਚੋਂ ਖਾਸ ਕਰਕੇ ਜਿਹੜੀ ਮੀਆ ਬਲੂਮ ਹੈ ਉਸ ਦੀਆਂ ਜਿਹੜੀਆਂ ਦੋ ਕਿਤਾਬਾਂ ਬੜੀਆਂ ਅਹਿਮ ਨੇ। ਇੱਕ ਤੇ ਹੈ ਡਾਈਂਗ ਕਿਲ ਤੇ ਦੂਸਰੀ ਜਿਹੜੀ ਉਸ ਦੀ ਕਿਤਾਬ ਹੈ ਉਹ ਜਿਹੜੀਆਂ ਔਰਤਾਂ ਜਿਹੜੀਆਂ ਸੁਸਾਈਡ ਬੰਬਰ ਬਣੀਆਂ ਨੇ ਉਹਨਾਂ ਦਾ ਜਿਹੜਾ ਮਨੋਵਿਗਿਆਨਕ ਅਧਿਐਨ ਹੈ ਔਰ ਉਸ ਕਿਤਾਬ ਦਾ ਨਾਮ ਹੈ ਬੰਬਸ਼ੈਲ। ਸੋ ਇਹ ਕਿਤਾਬਾਂ ਬੜੀਆਂ ਅਹਿਮ ਨੇ ਔਰ ਇਹਨਾਂ ਕਿਤਾਬਾਂ ਦੇ ਵਿੱਚ ਉਸ ਨੇ ਮਨੋਵਿਗਿਆਨਕ ਤੌਰ ਦੇ ਉੱਪਰ ਜਿਹੜੇ ਇਵੇਂ ਦੇ ਵਰਤਾਰੇ ਵਾਪਰਦੇ ਨੇ ਕਿ ਮਨੁੱਖ ਚਾਹੇ ਉਹ ਮਰਦ ਹੈ ਚਾਹੇ ਉਹ ਔਰਤ ਹੈ ਮਨੁੱਖੀ ਬੰਬ ਕਿਵੇਂ ਬਣਦਾ ਹੈ, ਕਿਹੜੇ ਵਰਤਾਰੇ ਨੇ, ਕਿਹੜੇ ਐਸੇ ਹਾਲਾਤ ਨੇ ਜਾਂ ਉਹਦੇ ਸਾਹਮਣੇ ਉਹਦੇ ਧਰਮ ਦੀਆਂ ਮਾਨਤਾਵਾਂ ਕੀ ਹੁੰਦੀਆਂ ਨੇ, ਸਮਾਜ ਦੇ ਵਿੱਚ ਵਾਪਰ ਰਹੇ ਵਰਤਾਰੇ ਕਿਵੇਂ ਅਸਰ ਅੰਦਾਜ਼ ਕਰਦੇ ਨੇ ਇਹ ਸਾਰੇ ਘਟਨਾਕ੍ਰਮ ਨੂੰ। ਉਹਨਾਂ ਦਾ ਉਸਨੇ ਬੜਾ ਬਖੂਬੀ ਜਿਹੜਾ ਉਸ ਆਪਣੀ ਰਚਨਾ ਦੇ ਵਿੱਚ ਜਾਂ ਆਪਣੀ ਕਿਤਾਬਾਂ ਦੇ ਵਿੱਚ ਜਾਂ ਆਪਣੇ ਖੋਜ ਭਰਪੂਰ ਲੇਖਾਂ ਦੇ ਵਿੱਚ ਉਸ ਦੇ ਜ਼ਿਕਰ ਕੀਤਾ ਹੋਇਆ। ਸੋ ਪਹਿਲੀ ਗੱਲ ਦੇ ਵਿੱਚ ਉਹ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਇੱਕ ਕ੍ਰੇਜ਼ੀਨੈਸ ਹੈ, ਇੱਕ ਉਤੇਜਨਾ ਹੈ, ਪਰ ਕਹਿੰਦੀ ਮੈਂ ਇਸ ਨੂੰ ਨਹੀਂ ਮੰਨਦੀ। ਉਤੇਜਨਾ ਦੇ ਵਿੱਚ ਮਨੁੱਖ ਜਿਹੜਾ ਕਾਰਜ ਕਰਦਾ ਹੈ ਉਸ ਦਾ ਜਿਹੜਾ ਨਤੀਜਾ ਹੈ ਉਹ ਆਪਣੇ ਸਾਹਮਣੇ ਵੇਖਣਾ ਚਾਹੁੰਦਾ ਹੈ। ਪਰ ਕਹਿੰਦੀ ਇਹ ਉਤੇਜਨਾ ਨਹੀਂ ਹੁੰਦੀ ਕੇਵਲ, ਮਤਲਬ ਕਿ ਇਹ ਹਲਕੀ ਜਿਹੀ ਉਤੇਜਨਾ ਨਹੀਂ ਹੁੰਦੀ, ਇਸ ਨੂੰ ਕ੍ਰੇਜ਼ੀਨੈਸ ਨਹੀਂ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਇਹ ਪਤਾ ਹੁੰਦਾ ਹੈ ਕਿ ਜਿਸ ਮਨੁੱਖ ਨੇ ਮਨੁੱਖੀ ਬੰਬ ਬਣਨਾ ਹੈ ਉਸਨੇ ਖਤਮ ਹੋ ਜਾਣਾ ਹੈ ਤੇ ਉਸ ਨੇ ਉਸ ਦੇ ਕੀਤੇ ਦੇ ਪ੍ਰਤੀ ਜਿਹੜਾ ਪ੍ਰਤੀਕਰਮ ਹੈ ਵੇਖਣ ਦੇ ਕਾਬਿਲ ਨਹੀਂ ਰਹਿਣਾ। ਕਹਿੰਦੀ ਸੋ ਕਹਿੰਦੀ ਮੈਂ ਨਹੀਂ ਮੰਨਦੀ ਕਿ ਇਹ ਕੇਵਲ ਤੇ ਕੇਵਲ ਇਹ ਜਿਹੜਾ ਵਰਤਾਰਾ ਹੈ ਮਨੁੱਖੀ ਬੰਬ ਦਾ ਇਹ ਬੜੀ ਹਲਕੀ ਜਿਹੀ ਉਤੇਜਨਾ ਤੋਂ ਜਨਮ ਲੈਂਦਾ ਹੈ। ਦੂਸਰੀ ਗੱਲ ਬੜੀ ਅਹਿਮ ਕਰਦੀ ਹੈ, ਕਹਿੰਦੀ ਕਿ ਇਹ ਵਰਤਾਰਾ ਬੜਾ ਅਹਿਮ ਹੈ। ਉਹ ਅਹਿਮ ਵਰਤਾਰਾ ਹੈ, ਉਹ ਕਹਿੰਦੀ ਕਿ ਜਿਹੜੇ ਸਮਾਜ ਦੇ ਵਿੱਚ ਨਕਾਰਾਤਮਕ ਵਰਤਾਰੇ ਵਾਪਰ ਰਹੇ ਹੁੰਦੇ ਨੇ ਕਈ ਵਾਰ ਉਹਨਾਂ ਦੇ ਪ੍ਰਤੀਕਰਮ ਦੇ ਵਿੱਚ ਜਾਂ ਉਹਨਾਂ ਨਕਾਰਾਤਮਕ ਵਰਤਾਰਿਆਂ ਨੂੰ ਖਤਮ ਕਰਨ ਦੇ ਵਾਸਤੇ ਕੋਈ ਮਨੁੱਖ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ। ਤੇ ਉਹ ਕਹਿੰਦੀ ਕਿ ਇਹ ਜਿਹੜਾ ਹੈ ਇਸ ਨੂੰ ਤੁਸੀਂ ਐਕਟ ਆਫ ਆਬਜ਼ਰਵੇਸ਼ਨ ਦਾ ਨਾਂ ਦਿੰਦੇ ਹੋ ਕਿ ਵਰਤਾਰਾ ਆਪ ਆਲੇ ਦੁਆਲੇ ਦੇ ਵਿੱਚ ਕੀ ਵਾਪਰਿਆ। ਜੇ ਤੁਸੀਂ ਵੇਖਣਾ ਹੋਵੇ ਤਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਜਿਹੜੀ ਸ਼ਹਾਦਤ ਹੈ, ਹੁਣ ਜਦੋਂ ਤੁਸੀਂ ਆਪਣੇ ਧਰਮ ਦੇ ਸਿਧਾਂਤਾਂ ਦੇ ਵਿੱਚ ਧਰਮ ਦੀ ਵਿਚਾਰਧਾਰਾ ਦੇ ਵਿੱਚ ਵੇਖੋਗੇ ਤੇ ਭੁੱਖ ਹੜਤਾਲ ਜਾਂ ਮਰਨ ਵਰਤ ਸਾਡੇ ਸਿੱਖ ਧਰਮ ਦਾ ਹਿੱਸਾ ਨਹੀਂ ਹੈ। ਪਰ ਉਸ ਸਮੇਂ ਪਹਿਲੀ ਜਿਹੜੀ ਕਿਰਿਆ ਹੈ ਉਸ ਨੂੰ ਵਾਚਣਾ ਪਵੇਗਾ ਕਿ ਉਸ ਸਮੇਂ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਇਵੇਂ ਦਾ ਕਰਮ ਕਰਦੇ ਨੇ ਜਾਂ ਇਵੇਂ ਦੀ ਕਿਰਿਆ ਕਰਦੇ ਨੇ ਕਿ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਦੀ ਮਰਨ ਵਰਤ ਰੱਖਦੇ ਨੇ, ਕਦੀ ਚਿਖਾ ਤਿਆਰ ਕਰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬੜੇ ਹਲਕੇ ਪੱਧਰ ਦੇ ਉੱਪਰ ਤਿਆਗ ਦਿੰਦੇ ਨੇ। ਹੁਣ ਇਹ ਇੱਕ ਕਿਰਿਆ ਹੈ, ਇਹ ਜਿਹੜੀ ਕਿਰਿਆ ਹੈ ਇਹ ਵੀ ਗੁਰਮਤਿ ਦੇ ਅਨੁਸਾਰ ਨਹੀਂ ਹੈ, ਪਰ ਉਹਦੇ ਵਿੱਚ ਕੀ ਹੁੰਦਾ ਕਿ ਆ ਜਾ ਕੇ ਸਮੁੱਚੀ ਜਿਹੜੀ ਸਿੱਖ ਲੀਡਰਸ਼ਿਪ ਹੈ ਉਹਦਾ ਜਿਹੜਾ ਅਕਸ ਹੈ ਆਮ ਜਨ ਮਾਨਸਿਕਤਾ ਦੇ ਵਿੱਚ ਘਟਦਾ ਹੈ ਤੇ ਉਸ ਅਕਸ ਨੂੰ ਦੁਬਾਰਾ ਜਾਂ ਉਸ ਕਿਰਿਆ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਰੱਖਦੇ ਨੇ। ਤੇ ਉਹਨਾਂ ਦੀ ਜਿਹੜੀ ਆਖਰੀ ਵਸੀਅਤ ਹੈ ਜਿਹੜੀ ਸਰਦਾਰ ਕਪੂਰ ਸਿੰਘ ਹੁਣਾਂ ਨੇ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ ਵੀ ਛਾਪੀ ਹੋਈ ਹੈ, ਜੇਕਰ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਉਹਦੇ ਵਿੱਚ ਤੁਹਾਨੂੰ ਬੜਾ ਸਪਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਜਿਹੜੇ ਵਿਸਾਖਾਤ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਉਸ ਵਰਤਾਰੇ ਦਾ ਜਿਹੜੀ ਸਮੁੱਚੀ ਕੌਮੀਅਤ ਦੇ ਉੱਪਰ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਉਸ ਪ੍ਰਭਾਵ ਨੂੰ ਖਤਮ ਕਰਨ ਦੇ ਵਾਸਤੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਰੱਖਦੇ ਨੇ। ਹੁਣ ਇਹ ਜਿਹੜਾ ਹੈ ਇਹ ਨਕਾਰਾਤਮਕ ਵਰਤਾਰੇ ਜਿਹੜੇ ਵਾਪਰੇ ਨੇ ਉਹਨਾਂ ਦੀ ਕਿਰਿਆ ਦੇ ਰੂਪ ਦੇ ਵਿੱਚ ਪ੍ਰਤੀਕਿਰਿਆ ਹੈ ਜਿੱਥੇ ਉਹਨਾਂ ਦੇ ਇਸ ਮਰਨ ਉਪਰੰਤ ਜਿਹੜੀ ਹੈਗੀ ਆ ਘਟਨਾਕ੍ਰਮ ਹੈ ਉਸ ਨੂੰ ਸ਼ਹਾਦਤ ਦਾ ਰੂਪ ਜਿਹੜਾ ਜਾਂ ਇਸ ਵਰਤਾਰੇ ਨੂੰ ਸ਼ਹਾਦਤ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਵੇਖਿਆ ਕਿ ਸਾਡੇ ਕੁਝ ਆਗੂ ਜਿਹੜੇ ਸੀਗੇ ਜਿਹੜੇ ਭੁੱਖ ਹੜਤਾਲ ਦੇ ਉੱਪਰ ਬੈਠੇ ਤੇ ਜਦੋਂ ਉਹਨਾਂ ਨੇ ਆਪਣੇ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਉਸ ਭੁੱਖ ਹੜਤਾਲ ਨੂੰ ਕਹਿ ਸਕਦੇ ਹੋ ਕਿ ਉਸ ਭੁੱਖ ਹੜਤਾਲ ਤੋਂ ਉਹ ਚਲੇ ਗਏ, ਬੇਸ਼ੱਕ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ, ਪਰ ਉਹਦੀ ਕਿਰਿਆ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਬਾਪੂ ਸੂਰਤ ਸਿੰਘ ਹੁਣੀ ਬੈਠੇ ਜਿਹੜੇ ਅੱਜ ਤੱਕ ਵੀ ਮਰਨ ਵਰਤ ਉੱਪਰ ਬੈਠੇ ਹੋਏ ਨੇ। ਜਦ ਬਾਪੂ ਸੂਰਤ ਸਿੰਘ ਹੁਣੀ ਬੈਠੇ
ਜਿਹੜੇ ਅੱਜ ਤੱਕ ਵੀ ਭੁੱਖ ਹੜਤਾਲ ਦੇ ਉੱਪਰ ਨੇ। ਸੋ ਇਹ ਜਿਹੜਾ ਘਟਨਾਕ੍ਰਮ ਹੈ ਇਹ ਕਿਰਿਆ ਦੇ ਰੂਪ ਦੇ ਵਿੱਚ ਪ੍ਰਤੀਕਿਰਿਆ ਹੈ ਕਿ ਇਸ ਤਰ੍ਹਾਂ ਵੀ ਵਰਤਾਰੇ ਵਾਪਰਦੇ ਨੇ ਕਿ ਇੱਕ ਨਕਾਰਾਤਮਕ ਕਿਰਿਆ ਨੂੰ ਖਤਮ ਕਰਨ ਦੇ ਵਾਸਤੇ ਸਮਾਜ ਦੇ ਵਿੱਚੋਂ ਉਹਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਕੋਈ ਮਨੁੱਖ ਆਪਣਾ ਆਪਾ ਕੁਰਬਾਨ ਕਰਦਾ ਹੈ। ਉਸ ਤੋਂ ਬਾਅਦ ਦੀ ਜਿਹੜੀ ਕੈਟਾਗਰੀ ਆ ਜਾਂਦੀ ਹੈ ਉਹ ਕੈਟਾਗਰੀ ਆ ਜਾਂਦੀ ਹੈ ਕਿ ਵਿਅਕਤੀਗਤ ਵਰਤਾਰੇ ਦਾ ਵੱਡਾ ਪ੍ਰਭਾਵ। ਹੁਣ ਵਿਅਕਤੀਗਤ ਵਰਤਾਰੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਵੀ ਮਨੁੱਖੀ ਬੰਬ ਬਣ ਕੇ ਉਡਾਇਆ ਜਾਂਦਾ ਹੈ। ਜਿਹੜੀ ਉਹਦੀ ਇਨਵੈਸਟੀਗੇਸ਼ਨ ਹੈ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਦੋਂ ਉਸ ਨੂੰ ਇਨਵੈਸਟੀਗੇਟ ਕਰਦੀ ਹੈ ਤਾਂ ਉੱਥੇ ਬੰਬ ਨਾਲ ਉਡਾਉਣ ਵਾਲੀ 17 ਸਾਲ ਬੱਚੀ ਹੈ ਤਨੂ, ਜਿਸ ਦੇ 2-3 ਨਾਮ ਸਾਨੂੰ ਵੱਖ-ਵੱਖ ਸਰੋਤਾਂ 'ਚ ਮਿਲਦੇ ਨੇ। ਕੁਝ ਥਾਵਾਂ ਦੇ ਉੱਪਰ ਉਸ ਦਾ ਨਾਮ ਕਲਾਵਤੀ ਰਾਜ ਰਤਨਮ ਵੀ ਮਿਲਦਾ ਹੈ, ਕਿਤੇ ਤਨੂ ਰਾਜ ਰਤਨਮ ਵੀ ਮਿਲਦਾ ਹੈ, ਕਿਤੇ ਕਲਾਵਨੀ ਰਾਜ ਰਤਨਮ ਵੀ ਮਿਲਦਾ ਹੈ ਤੇ ਕਿਤੇ ਧੈਨਮੋਜ਼ੀ ਰਾਜ ਰਤਨਮ ਵੀ ਮਿਲਦਾ ਹੈ। ਹੁਣ ਜਦੋਂ ਅਸੀਂ ਉਸ ਦੇ ਪਿਛੋਕੜ ਵੱਲ ਜਾਂਦੇ ਹਾਂ, ਬੇਸ਼ੱਕ ਕਿ ਜਿਹੜੀ ਜਾਂਚਕਰਤਾ ਟੀਮ ਹੈ ਉਹਨਾਂ ਤੱਥਾਂ ਨੂੰ ਨਕਾਰਦੀ ਹੈ, ਪਰ ਜਿਹੜੇ ਤਾਮਿਲਾਂ ਦੇ ਨਾਲ ਸੰਬੰਧਿਤ ਜਿਹੜੇ ਕਹਿ ਸਕਦੇ ਹੋ ਕਿ ਲੇਖ ਪ੍ਰਕਾਸ਼ਿਤ ਹੁੰਦੇ ਨੇ ਉਹ ਉਹਦਾ ਇੱਕ ਵੱਖਰਾ ਰੂਪ ਸਾਡੇ ਸਾਹਮਣੇ ਰੱਖਦੇ ਨੇ। ਉਹਦਾ ਵੱਖਰਾ ਰੂਪ ਕੀ ਹੈ ਕਿ ਜਿਹੜਾ ਤਨੂ ਦਾ ਪਿਤਾ ਹੈ ਰਾਜ ਰਤਨਮ, ਕਿਹਾ ਜਾਂਦਾ ਹੈ ਕਿ ਉਹ ਪ੍ਰਭਾਕਰਨ ਜਿਹੜਾ ਕਿ ਲਿੱਟੇ ਦਾ ਮੁਖੀ ਸੀ, ਉਹਦਾ ਮੈਂਟਰ ਸੀ, ਉਹਦਾ ਅਧਿਆਪਕ ਸੀ ਔਰ ਇੱਕ ਚੰਗਾ ਰਾਈਟਰ ਵੀ ਸੀ। ਸਿੱਟ ਕਹਿੰਦੀ ਹੈ ਕਿ ਉਸ ਨੇ ਹੀ ਆਪਣੀ ਬੱਚੀ ਨੂੰ ਪ੍ਰੇਰਿਆ ਇਸ ਕਾਰਜ ਦੇ ਵਾਸਤੇ। ਦੂਜੇ ਬੰਨੇ ਜਿਹੜੇ ਤਾਮਿਲਾਂ ਦੇ ਵੱਲੋਂ ਪ੍ਰਕਾਸ਼ਿਤ ਪਰਚੇ ਨੇ ਉਹ ਕਹਿੰਦੇ ਨੇ ਕਿ ਰਾਜੀਵ ਗਾਂਧੀ ਵੱਲੋਂ ਭੇਜੀ ਗਈ IPKF ਇੰਡੀਅਨ ਪੀਸ ਕੀਪਿੰਗ ਫੋਰਸ ਨੇ ਉਸ ਬੱਚੀ ਦੇ ਨਾਲ ਬਲਾਤਕਾਰ ਕੀਤਾ। ਹੁਣ ਜੇਕਰ ਬੱਚੀ ਦੇ ਨਾਲ ਬਲਾਤਕਾਰ ਹੋਇਆ ਤਾਂ ਉਹਦਾ ਪ੍ਰਤੀਕਰਮ ਇਹ ਵੀ ਹੋ ਸਕਦਾ ਸੀ ਕਿ ਬੱਚੀ ਆਤਮ ਹੱਤਿਆ ਕਰ ਲਵੇ, ਕਿ ਉਹਦੀ ਇੱਜ਼ਤ ਨੂੰ ਲੁੱਟਿਆ ਗਿਆ, ਜਾਂ ਫਿਰ ਉਹ ਇੱਕ ਛੋਟੇ ਜਿਹੇ ਰੂਪ ਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਜੁਝਾਰੂ ਬਣ ਕੇ IPKF ਦੇ ਨਾਲ ਲੜ ਕੇ ਬਦਲਾ ਲੈਣ ਦੀ ਕੋਸ਼ਿਸ਼ ਕਰੇ, ਚਾਹੇ ਉਹ ਉਸ ਘਟਨਾਕ੍ਰਮ ਦੇ ਵਿੱਚ ਆਪਣੀ ਜਾਨ ਗਵਾ ਲਵੇ। ਪਰ ਹੁਣ ਇਸ ਵਿਅਕਤੀਗਤ ਵਰਤਾਰੇ ਦਾ ਬਦਲਾ ਲੈਣ ਦੇ ਵਾਸਤੇ ਜਿਹੜਾ ਉਸਨੇ ਰੂਪ ਚੁਣਿਆ ਉਹ ਬਹੁਤ ਵੱਡਾ ਹੈ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੰਬ ਬਣ ਕੇ ਉਡਾ ਲੈਣਾ। ਸੋ ਇਹ ਵੀ ਇੱਕ ਕੈਟਾਗਰੀ ਹੈ। ਉਸ ਤੋਂ ਬਾਅਦ ਜਦੋਂ ਅੱਗੇ ਜਾ ਕੇ ਡਾਕਟਰ ਬਲੂਮ ਜਿਹੜੀ ਹੈ ਉਹ ਆਪਣੀ ਰਚਨਾ ਦੇ ਵਿੱਚ ਜਾਂ ਆਪਣੀ ਲਿਖਤ ਦੇ ਵਿੱਚ ਗੱਲ ਕਰਦੀ ਹੈ, ਉਹ ਕਹਿੰਦੀ ਕਿ ਸਭ ਤੋਂ ਜਿਹੜਾ ਅਹਿਮ ਪੱਖ ਹੈ ਉਹ ਹੈ ਟਰੂ ਬਿਲੀਵਰਿਜ਼ਮ। ਕਹਿੰਦੀ ਕਿ ਇਹ ਜਿਹੜਾ ਹੈ ਨਾ ਸੱਚਾ ਵਿਸ਼ਵਾਸ, ਇਹ ਸਭ ਤੋਂ ਅਹਿਮ ਪੱਖ ਹੈ। ਇਹ ਅਹਿਮ ਪੱਖ ਇਸ ਕਰਕੇ ਹੈ ਕਿਉਂਕਿ ਉਸ ਨੇ ਜ਼ਿਆਦਾ ਜਿਹੜਾ ਅਧਿਐਨ ਕੀਤਾ ਹੈ ਉਸ ਨੇ ਜਿਹੜੇ ਇਸਲਾਮਿਕ ਸੁਸਾਈਡ ਬੰਬਰ ਸੀ ਉਹਨਾਂ ਦਾ ਕੀਤਾ ਹੈ। ਹੁਣ ਜਦੋਂ ਤੁਸੀਂ ਹਮਾਸ ਦੀ ਰੀਮ ਰਿਆਸ਼ੀ ਨੂੰ ਵੇਖਦੇ ਹੋ ਤਾਂ ਜਦੋਂ ਉਹ ਮਨੁੱਖੀ ਬੰਬ ਬਣ ਕੇ ਜਾਂਦੀ ਹੈ ਤਾਂ ਉਸ ਵੇਲੇ ਉਸ ਦਾ ਇੱਕ 3 ਸਾਲ ਦਾ ਬੱਚਾ ਹੈ, ਇੱਕ 18 ਮਹੀਨੇ ਦੀ ਬੱਚੀ ਹੈ, ਪਰ ਉਹਦੀ ਇੰਟਰਨੈਟ ਦੇ ਉੱਪਰ ਅਵੇਲੇਬਲ ਜਦੋਂ ਤੁਸੀਂ ਉਹਦੀ ਬੰਬ ਬਣ ਕੇ ਜਾਣ ਤੋਂ ਪਹਿਲਾਂ ਦੇ ਜਿਹੜੇ ਬਿਆਨ ਹੈ ਉਹ ਵੀਡੀਓ 'ਚ ਸੁਣਦੇ ਹੋ ਤੇ ਉਹਦੇ ਵਿੱਚ ਉਸ ਸੱਚੇ ਵਿਸ਼ਵਾਸ ਦੀ ਗੱਲ ਜਿਹੜੀ ਹੈ ਨਾ ਉਹ ਸਾਹਮਣੇ ਆ ਜਾਂਦੀ ਹੈ। ਉਹ ਸੱਚੇ ਵਿਸ਼ਵਾਸ ਦੀ ਉਹ ਗੱਲ ਹੈ ਕਿ ਸਾਮੀ ਧਰਮਾਂ ਦੇ ਵਿੱਚ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਇੱਥੋਂ ਜਾਣ ਤੋਂ ਉਪਰੰਤ ਜੇਕਰ ਤੁਸੀਂ ਜਿਹਾਦ ਦੇ ਵਿੱਚ ਸ਼ਹੀਦ ਹੁੰਦੇ ਹੋ ਤਾਂ ਤੁਹਾਨੂੰ ਜੰਨਤ ਦੇ ਵਿੱਚ ਆ ਵਸਤੂਆਂ ਜਾਂ ਨਜ਼ਾਰੇ ਜਿਹੜੇ ਨੇ ਉਹ ਮਿਲਣਗੇ। ਔਰ ਉਹਦੀ ਜਿੰਨੀ ਵੀ ਗੱਲਬਾਤ ਹੈ ਉਹ ਕਹਿੰਦੀ ਹੈ ਕਿ ਮੈਂ ਜਦੋਂ ਬੰਬ ਦੇ ਨਾਲ ਉੱਡਾਂਗੀ ਮੇਰੀਆਂ ਹੱਡੀਆਂ ਕੈਂਕਰਾਂ ਦੇ ਰੂਪ ਦੇ ਵਿੱਚ ਦੁਸ਼ਮਣ ਦੇ ਵਿੱਚ ਜਾ ਕੇ ਵੱਜਣਗੀਆਂ ਤੇ ਮੈਂ ਦੁਸ਼ਮਣ ਦੀਆਂ ਖੋਪੜੀ ਦੇ ਨਾਲ ਜਿਹੜਾ ਵਾ ਉਹ ਜੰਨਤ ਦਾ ਦਰਵਾਜ਼ਾ ਖੜਕਾਉਂਗੀ। ਸੋ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹਦੇ ਵਿੱਚ ਇਹ ਹੈ ਕਿ ਮੈਂ ਲੋਕ ਦੇ ਵਿੱਚ ਇਹ ਵਰਤਾਰਾ ਕਰਨ ਤੋਂ ਬਾਅਦ ਜੰਨਤ ਦੇ ਵਿੱਚ ਜਾਣਾ ਹੈ, ਜਿਸ ਨੂੰ ਇਸ ਲੇਖਿਕਾ ਨੇ ਟਰੂ ਬਿਲੀਵਰਿਜ਼ਮ ਦਾ ਗੱਲ ਕੀਤੀ ਹੈ ਕਿ ਜਿਹੜੇ ਟਰੂ ਬਿਲੀਵਰ ਨੇ, ਜਿਹੜੇ ਸੱਚੇ ਵਿਸ਼ਵਾਸ ਕਰਨ ਵਾਲੇ ਨੇ, ਇਹ ਵੀ ਇੱਕ ਫੈਕਟਰ ਹੈ। ਸਿੱਖ ਧਰਮ ਦੇ ਵਿੱਚ ਇਹ ਵਰਤਾਰਾ ਬੜਾ ਵੱਖਰਾ ਹੈ। ਉਹ ਵੱਖਰਾ ਇਸ ਕਰਕੇ ਹੈ ਕਿ ਸਿੱਖ ਧਰਮ ਦੇ ਵਿੱਚ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਦਾ ਜਿਹੜਾ ਉਹ ਸੰਕਲਪ ਹੈ। ਹੁਣ ਜਦੋਂ ਅਸੀਂ ਇਸ ਸਾਰੀਆਂ ਇਹ ਜਿਹੜੀਆਂ ਕਹਿ ਸਕਦੇ ਹੋ ਕਿ ਪਰਿਭਾਸ਼ਾਵਾਂ ਜਿਹੜੀਆਂ ਆਤਮਘਾਤ, ਖੁਦਕਸ਼ੀ ਜਾਂ ਫਿਦਾਇਨ ਦੇ ਨਾਲ ਸੰਬੰਧ ਰੱਖਦੀਆਂ ਨੇ ਔਰ ਜਿਹੜੀਆਂ ਇਹਨਾਂ ਮਨੋਵਿਗਿਆਨੀਆਂ ਨੇ ਇੱਕ ਬਹੁਤ ਵੱਡਾ ਅਧਿਐਨ ਕਰਨ ਤੋਂ ਬਾਅਦ ਸਾਡੇ ਸਾਹਮਣੇ ਰੱਖੀਆਂ ਨੇ, ਉਹਦੇ ਵਿੱਚ ਜਿਹੜਾ ਸਿੱਖ ਮਨੋਵਿਗਿਆਨ ਦਾ ਜਾਂ ਜਿਹੜੀ ਸਿੱਖ ਮਾਨਸਿਕਤਾ ਦਾ ਪੱਧਰ ਹੈ ਉਹ ਬੜਾ ਵਿਲੱਖਣ ਹੈ। ਹੁਣ ਤੁਸੀਂ ਖਿਆਲ ਕਰੋ, ਧੰਨਾ ਸਿੰਘ ਬੱਬਰ ਦਾ ਨਿਸ਼ਾਨਾ ਹੌਟਨ ਜਾਂ ਜੈਨਕਿਨਸਨ ਨਹੀਂ ਹੈ। ਉਹਦਾ ਉੱਥੇ ਨਿਸ਼ਾਨਾ ਹੈ ਕਿ ਆਪਣੇ ਪ੍ਰਣ ਦੀ ਪੂਰਤੀ
ਕਿ ਮੈਂ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਪਰ ਉਹ ਆਪਣੇ ਪ੍ਰਣ ਦੀ ਪੂਰਤੀ ਦੇ ਵਾਸਤੇ ਆਪਣਾ ਆਪਾ ਜਿਹੜਾ ਕੁਰਬਾਨ ਕਰ ਦਿੰਦਾ ਹੈ। ਜੇ ਅਸੀਂ ਹੋਰ ਵੀ ਪਿੱਛੇ ਚਲੇ ਜਾਈਏ ਤਾਂ ਜਿਸ ਵੇਲੇ ਮੁਲਤਾਨ ਦਾ ਕਿਲ੍ਹਾ ਫਤਿਹ ਕੀਤਾ ਜਾ ਰਿਹਾ ਸੀ ਤੇ ਉਸ ਵੇਲੇ ਸਿੱਖਾਂ ਦੀ ਇੱਕ ਤੋਪ ਦਾ ਪਹੀਆ ਟੁੱਟ ਜਾਂਦਾ ਹੈ। ਹੁਣ ਉੱਥੇ ਜਿਹੜੇ ਸਿੱਖ ਨੇ ਉਹ ਤੋਪ ਦੇ ਹੇਠਾਂ ਆਪਣਾ ਮੋਢਾ ਰੱਖਦੇ ਨੇ ਤੇ ਕੱਲਾ ਕੱਲਾ ਸਿੱਖ ਜਿਹੜਾ ਹੈ ਉਹ ਇੱਕ ਇੱਕ ਗੋਲਾ ਚੱਲਣ ਦੇ ਨਾਲ ਉੱਡ ਜਾਂਦਾ ਹੈ ਤਾਂ ਉਹ ਵੀ ਫਿਦਾਇਨ ਹੈ, ਤਾਂ ਉਹ ਵੀ ਖੁਦਕੁਸ਼ੀ ਕਿ ਆਪਣਾ ਆਪਾ ਆਪ ਕੁਰਬਾਨ ਕਰ ਦੇਣਾ। ਪਰ ਉੱਥੇ ਨਿਸ਼ਾਨਾ ਹੈ, ਉੱਥੇ ਨਿਸ਼ਾਨਾ ਹੈ ਕਿ ਅਸੀਂ ਮੁਲਤਾਨ ਦਾ ਕਿਲ੍ਹਾ ਜਿਹੜਾ ਹੈ ਉਹ ਫਤਿਹ ਕਰਨਾ ਹੈ। ਉਸ ਵਾਸਤੇ ਕੱਲਾ ਕੱਲਾ ਸਿੱਖ ਜਿਹੜਾ ਹੈ ਉਹ ਤੂੰਬੇ ਤੂੰਬੇ ਹੋ ਕੇ ਉੱਡ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦਿਲਾਵਰ ਸਿੰਘ ਦੀ ਗੱਲ ਕਰਦੇ ਹਾਂ ਤੇ ਹੁਣ ਦਿਲਾਵਰ ਸਿੰਘ ਜਿਹੜਾ ਹੈ ਉਹ ਜਦੋਂ ਮਨੁੱਖੀ ਬੰਬ ਬਣਦਾ ਹੈ, ਮੈਂ ਜਦੋਂ ਸਰਦਾਰ ਦਿਲਾਵਰ ਸਿੰਘ ਦੇ ਉੱਪਰ ਇੱਕ ਲੇਖ ਲਿਖ ਰਿਹਾ ਸੀ ਤਾਂ ਕੁਦਰਤੀ ਉਸ ਲੇਖ ਦੇ ਬਾਰੇ ਜਦੋਂ ਮੈਂ ਦਸਤਾਵੇਜ਼ ਇਕੱਠੇ ਕਰ ਰਿਹਾ ਸੀ ਤੇ ਇੱਕ ਤਸਵੀਰ ਮਿਲੀ ਜਿਹੜੀ ਸਕੈਨ ਕਰਕੇ ਮੈਂ ਰੱਖੀ ਹੋਈ ਹੈ। ਉਹਦੇ ਪਿੱਛੇ ਸਰਦਾਰ ਦਿਲਾਵਰ ਸਿੰਘ ਦੇ ਹੱਥਾਂ ਦੀ ਲਿਖੀ ਇੱਕ ਕਵਿਤਾ ਨੂੰ ਪੜ੍ਹਨ ਦਾ ਮੌਕਾ ਮਿਲਿਆ। ਉਹ ਕਵਿਤਾ ਦੇ ਜਿਹੜੇ ਬੋਲ ਸੀ ਜਾਂ ਸ਼ਬਦ ਸੀ ਉਹ ਸੀ, ਸਾਡਾ ਤਾਂ ਇਸ ਜੱਗ ਵਿੱਚ ਸੱਜਣਾ ਜੋਗੀ ਵਾਲਾ ਫੇਰਾ ਹੈ, ਨਾ ਹੀ ਇਹ ਘਰ ਤੇਰਾ ਸੱਜਣਾ, ਨਾ ਹੀ ਇਹ ਘਰ ਮੇਰਾ ਹੈ, ਸੋਹਣੀ ਨੂੰ ਡੋਬਣ ਦੇ ਲਈ ਤਾਂ ਕੱਚਾ ਘੜਾ ਬਥੇਰਾ ਹੈ। ਹੁਣ ਇਹਦੇ ਵਿੱਚ ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਸਰਦਾਰ ਦਿਲਾਵਰ ਸਿੰਘ ਦੀ ਜਿਹੜੀ ਮਾਨਸਿਕਤਾ ਹੈ ਉਹਦਾ ਇੱਕ ਵੱਖਰਾ ਰੂਪ ਜਿਹੜਾ ਉਹ ਤੁਹਾਡੇ ਸਾਹਮਣੇ ਆਵੇਗਾ। ਪਹਿਲੀ ਗੱਲ ਤਾਂ ਇਹ ਕਿ ਉਹ ਸੰਸਾਰ ਤੋਂ ਜਾਣ ਨੂੰ ਇੱਕ ਸਹਿਜ ਵਰਤਾਰੇ ਦੇ ਰੂਪ ਚ ਲੈ ਰਹੇ ਨੇ ਕਿ ਸੰਸਾਰ ਤੋਂ ਆਏ ਜੋਗੀ ਵਾਲਾ ਫੇਰਾ ਚਲੇ ਜਾਣਾ। ਦੂਜੀ ਗੱਲ ਕਿ ਸੰਸਾਰ ਦੇ ਨਾਲ ਮੋਹ ਤੋਂ ਉਹ ਟੁੱਟ ਕੇ ਦੱਸ ਰਹੇ ਨੇ ਉਸ ਕਵਿਤਾ ਦੇ ਵਿੱਚ ਕਿ ਨਾ ਇਹ ਘਰ ਮੇਰਾ ਹੈ, ਨਾ ਇਹ ਘਰ ਤੇਰਾ ਹੈ। ਅਗਲੀ ਗੱਲ ਜਿਹੜੀ ਹੈ ਕਿ ਉੱਥੇ ਸੁਰਤ ਜਿਹੜੀ ਹੈ ਉਹ ਆਪਣੇ ਨਿਸ਼ਾਨੇ ਪ੍ਰਤੀ ਕਿੰਨੀ ਇਕਾਗਰਤਾ ਦੇ ਵਿੱਚ ਹੈ ਕਿ ਉਹ ਕਹਿੰਦੇ ਕਿ ਜਿਹੜਾ ਸਰੀਰ ਦਾ ਘੜਾ ਹੈ ਇਹਨੂੰ ਤੋੜ ਕੇ ਤੇ ਜਿਹੜਾ ਮਨੁੱਖਤਾ ਨੂੰ ਸੁਖੀ ਕੀਤਾ ਜਾ ਸਕਦਾ ਹੈ। ਹੁਣ ਇੱਥੇ ਇਸ ਸਾਰੀ ਕਵਿਤਾ ਦੇ ਜਿਹੜੇ ਅਰਥ ਨੇ, ਜਿਹੜੀ ਉਹਨਾਂ ਨੇ ਆਪਣੀ ਤਸਵੀਰ ਦੇ ਪਿੱਛੇ ਲਿਖੀ ਹੈ, ਉਹਦੇ ਸਾਰੇ ਅਰਥ ਜਿਹੜੇ ਨੇ ਉਹ ਬਦਲ ਜਾਂਦੇ ਨੇ। ਬਦਲ ਇਸ ਕਰਕੇ ਜਾਂਦੇ ਨੇ ਕਿ ਕਵਿਤਾ ਦੇ ਜਿਹੜੇ ਸ਼ਬਦ ਨੇ ਜਾਂ ਉਹਨੂੰ ਲਿਖਣ ਦਾ ਜਿਹੜਾ ਆਧਾਰ ਹੈ ਉਹ ਤਾਂ ਇਸ਼ਕ ਹਕੀਕੀ ਹੋ ਸਕਦਾ ਹੈ, ਉਹ ਤਾਂ ਇਸ਼ਕ ਮਿਜਾਜੀ ਹੋ ਸਕਦਾ ਹੈ, ਪਰ ਜਿਸ ਤਰ੍ਹਾਂ ਦੇ ਨਾਲ ਸਰਦਾਰ ਦਿਲਾਵਰ ਸਿੰਘ ਸ਼ਹਾਦਤ ਦਿੰਦੇ ਨੇ ਉਹਦੇ ਵਿੱਚ ਇਹ ਜਿਹੜੇ ਸਾਰੇ ਸ਼ਬਦ ਨੇ ਇਹ ਇਸ਼ਕ ਹਕੀਕੀ ਦੇ ਵਿੱਚ ਬਦਲ ਜਾਂਦੇ ਨੇ। ਸੋ ਆ ਜਾ ਕੇ ਇਹ ਜਿਹੜਾ ਵਰਤਾਰਾ ਹੈ, ਅਸੀਂ ਅਕਸਰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਆਤਮਘਾਤੀ ਬੰਬ, ਆਤਮਘਾਤੀ ਦਸਤਾ, ਤਾਂ ਮੈਨੂੰ ਲੱਗਦਾ ਹੈ ਕਿ ਆਤਮਘਾਤ ਸ਼ਬਦ ਜਿਹੜਾ ਹੈ ਉਸ ਨੂੰ ਫਿਰ ਸਾਨੂੰ ਇਸ ਰੂਪ ਦੇ ਵਿੱਚ ਪਰਿਭਾਸ਼ਿਤ ਕਰਨਾ ਪੈਂਦਾ ਹੈ ਜਿਸ ਨੂੰ ਕਬੀਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਹੀ ਪਿਆਰਾ ਫਰਮਾਨ ਕਰਦੇ ਨੇ, ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸਦੌਰਾ। ਸੋ ਇਹ ਜਿਹੜਾ ਹੱਥ ਦੇ ਵਿੱਚ ਸਦੌਰਾ ਲੈਣਾ ਭਾਵ ਕਿ ਆਪਣਾ ਆਪਾ ਕੁਰਬਾਨ ਕਰਨ ਦੇ ਵਾਸਤੇ ਇੱਕ ਔਰਤ ਵੱਲੋਂ ਸਤੀ ਹੋਣ ਦੇ ਸਮੇਂ ਸਦੌਰੇ ਨੂੰ ਪ੍ਰਵਾਨ ਕਰ ਲੈਣਾ। ਸੋ ਇਹ ਇੱਕ ਬੜੀ ਅਹਿਮ ਗੱਲ ਹੈ ਕਿ ਆਮ ਮਨੁੱਖਤਾ ਦੇ ਸੰਤਾਪ ਨੂੰ ਜਾਂ ਉਹਨਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਖਤਮ ਕਰਨ ਦੇ ਵਾਸਤੇ ਮਨੁੱਖ ਜਿਹੜਾ ਆਪਣਾ ਸਰੀਰ ਹੈ ਉਸ ਨੂੰ ਤੂੰਬਾ ਕਰਕੇ ਉਡਾ ਲੈਂਦਾ ਹੈ ਕਿ ਮੇਰੇ ਇਸ ਖਿੱਤੇ ਦੇ ਲੋਕ ਜਿਹੜੇ ਉਹ ਅਮਨ ਸ਼ਾਂਤੀ ਦੇ ਨਾਲ ਵਸ ਸਕਣ, ਤੇ ਜਾਂ ਫਿਰ ਇਸ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਦਾ ਤਸ਼ੱਦਦ, ਜਿਸ ਤਰ੍ਹਾਂ ਦਾ ਸੰਤਾਪ ਮੇਰੀ ਕੌਮ ਦੇ ਲੋਕ ਹੰਢਾ ਰਹੇ ਨੇ ਉਸ ਸੰਤਾਪ ਦਾ ਅੰਤ ਕੀਤਾ ਜਾ ਸਕੇ। ਤੇ ਇਹ ਜਿਹੜਾ ਸਾਰਾ ਵਰਤਾਰਾ ਹੈ ਜੇ ਇਸ ਨੂੰ ਸਮਝਣਾ ਹੋਵੇ ਤੇ ਭਾਈ ਨੰਦ ਲਾਲ ਜੀ ਇੱਕ ਗੱਲ ਬੜੀ ਪਿਆਰੀ ਕਰਦੇ ਨੇ, ਉਹ ਫਿਦਾਇਨ ਸ਼ਬਦ ਦੀ ਵਰਤੋਂ ਕਰਦੇ ਨੇ। ਉਹ ਕਹਿੰਦੇ ਨੇ ਕਿ ਜਾਨ ਬਾਦਿਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਬਰ ਪਾਏ ਗੁਰੂ ਗੋਬਿੰਦ ਸਿੰਘ। ਬੜਾ ਪਿਆਰਾ ਸ਼ਬਦ ਭਾਈ ਨੰਦ ਲਾਲ ਵਰਤਦੇ ਨੇ। ਉਹ ਕਹਿੰਦੇ ਨੇ ਕਿ ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਬਰ ਪਾਏ ਗੁਰੂ ਗੋਬਿੰਦ ਸਿੰਘ, ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਮੇਰਾ ਦਿਲ ਕਰਦਾ ਹੈ ਕਿ ਤੇਰੇ ਚਰਨਾਂ ਦੇ ਉੱਪਰ ਆਪਣੇ ਆਪ ਨੂੰ ਫਿਦਾ ਕਰ ਦੇਵਾਂ, ਕੁਰਬਾਨ ਕਰ ਦੇਵਾਂ। ਸੋ ਇਹ ਜਿਹੜਾ ਵਰਤਾਰਾ ਹੈ ਇਸ ਨੂੰ ਸਮਝਣ ਦੇ ਵਾਸਤੇ ਇਹਨਾਂ ਰੂਹਾਨੀ ਵਰਤਾਰਿਆਂ ਨੂੰ ਸਮਝਣ ਦੀ ਬਹੁਤ ਲੋੜ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।